A very good morning, dear students. So yesterday we have learnt the first six question from chapter number 3, that is the discovery of penicillin, and for today we are going to learn the next 3 questions. So question number 4 is, how was penicillin tested and its effectiveness proved? ਕਹਿੰਦੇ ਜਿਹੜੀ ਪੈਨਸਿਲਿਨ ਆ ਉਹ ਕਿਵੇਂ ਟੈਸਟ ਕੀਤੀ ਗਈ ਤੇ ਉਹਦੀ ਜਿਹੜੀ ਇਫੈਕਟਿਵਨੈਸ ਆ ਉਹ ਕਿਵੇਂ ਪ੍ਰੂਵ ਕੀਤੀ ਗਈ। ਪੈਨਸਿਲਿਨ ਵਾਜ਼ ਫਸਟ ਆਫ ਆਲ ਟੈਸਟਡ ਔਨ ਮਾਈਸ। ਜਿਹੜੀ ਪੈਨਸਿਲਿਨ ਆ ਉਹ ਸਭ ਤੋਂ ਪਹਿਲਾਂ ਕਿਹਦੇ ਉੱਪਰ ਟੈਸਟ ਕੀਤੀ ਗਈ ਸੀ ਬੱਚੇ? ਮਾਈਸ ਦੇ ਉੱਪਰ ਟੈਸਟ ਕੀਤੀ ਗਈ ਸੀ। ਫਲੇਮਿੰਗ ਐਂਡ ਹਿਜ਼ ਫੈਲੋ ਸਾਇੰਟਿਸਟ ਟੁੱਕ ਅ ਨੰਬਰ ਆਫ ਮਾਈਸ। ਕਹਿੰਦੇ ਜਿਹੜਾ ਫਲੇਮਿੰਗ ਸੀਗਾ ਉਹ ਤੇ ਉਹਦੇ ਨਾਲ ਦੇ ਜਿਹੜੇ ਸੀਗੇ ਕਿ ਸਾਇੰਟਿਸਟ ਸੀਗੇ ਉਹਨਾਂ ਨੇ ਕੀ ਆ ਟੁੱਕ ਹੁੰਦਾ ਵਾ ਲਏ, ਫੈਲੋ ਸਾਇੰਟਿਸਟ ਹੁੰਦਾ ਉਹਦੇ ਨਾਲ ਦੇ, ਜਿਵੇਂ ਆਪਾਂ ਕਹਿੰਦੇ ਨੇ ਕਲਾਸਮੇਟਸ, ਉਸ ਤਰ੍ਹਾਂ ਦੇ ਹੈ ਨਾ। ਟੁੱਕ ਅ ਨੰਬਰ ਆਫ ਮਾਈਸ, ਉਹਨਾਂ ਨੇ ਕਈ ਜ਼ਿਆਦਾ ਗਿਣਤੀ ਦੇ ਵਿੱਚ ਮਾਈਸ ਚੂਹੇ ਲਏ। ਦੇ ਗੇਵ ਦੀਸ ਮਾਈਸ ਸਰਟਨ ਪਾਵਰਫੁਲ ਡਿਜ਼ੀਜ਼ ਜਰਮਸ। ਉਹਨਾਂ ਨੇ ਪਹਿਲਾਂ ਤਾਂ ਇਹ ਜਿਹੜੇ ਮਾਈਸ ਸੀਗੇ ਉਹਨਾਂ ਨੂੰ ਕੀ ਆ ਕਈ ਬਿਮਾਰੀਆਂ ਵਾਲੇ ਜਿਹੜੇ ਜਰਮਸ ਆ ਉਹ ਲਗਾਏ। ਸਮ ਆਫ ਦੀ ਮਾਈਸ ਵਰ ਗਿਵਨ ਪੈਨਸਿਲਿਨ ਇੰਜੈਕਸ਼ਨ। ਕਈ ਜਿਹੜੇ ਉਹਦੇ ਵਿੱਚੋਂ ਮਾਈਸ ਸੀਗੇ ਉਹਨਾਂ ਨੂੰ ਪੈਨਸਿਲਿਨ ਦੇ ਇੰਜੈਕਸ਼ਨ ਦਿੱਤੇ ਗਏ। ਅਦਰ ਵਰ ਲੈਫਟ ਅਨਟ੍ਰੀਟਡ, ਜਦ ਕਿ ਬਾਕੀਆਂ ਨੂੰ ਅਨਟ੍ਰੀਟਡ ਛੱਡ ਦਿੱਤਾ ਗਿਆ, ਮਤਲਬ ਉਹਨਾਂ ਦਾ ਇਲਾਜ ਨਹੀਂ ਕੀਤਾ ਗਿਆ। ਦ ਨੈਕਸਟ ਮਾਰਨਿੰਗ ਆਲ ਦੀ ਅਨਟ੍ਰੀਟਡ ਮਾਈਸ ਵਰ ਫਾਊਂਡ ਡੈਡ। ਅਗਲੀ ਸਵੇਰ ਕੀ ਦੇਖਿਆ ਗਿਆ ਕਿ ਜਿਹੜੇ ਉਹ ਸੀਗੇ ਮਾਈਸ ਜਿਨ੍ਹਾਂ ਨੂੰ ਦਵਾਈ ਨਹੀਂ ਦਿੱਤੀ ਗਈ ਸੀ, ਪੈਨਸਿਲਿਨ ਦਾ ਇੰਜੈਕਸ਼ਨ ਨਹੀਂ ਦਿੱਤਾ ਸੀ, ਉਹਨਾਂ ਦੇ ਸਾਰਿਆਂ ਦੀ ਡੈਥ ਹੋ ਚੁੱਕੀ ਸੀ। ਦੋਜ਼ ਦੈਟ ਹੈਡ ਬੀਨ ਗਿਵਨ ਪੈਨਸਿਲਿਨ ਇੰਜੈਕਸ਼ਨਸ ਵਰ ਕਿਉਰਡ ਕੰਪਲੀਟਲੀ। ਅਤੇ ਦੂਸਰੀ ਸਾਈਡ ਜਿਹੜੇ ਮਾਈਸ ਨੂੰ ਪੈਨਸਿਲਿਨ ਦਾ ਇੰਜੈਕਸ਼ਨ ਦਿੱਤਾ ਗਿਆ ਸੀ ਉਹ ਸਾਰੇ ਬਿਲਕੁਲ ਸਹੀ ਸੀ। ਦ ਨੈਕਸਟ ਸਟੈਪ ਵਾਸ ਟੂ ਟਰਾਈ ਦੀ ਡਰਗ ਔਨ ਹਿਊਮਨ ਬੀਇੰਗ। ਇਸ ਤੋਂ ਅਗਲਾ ਸਟੈਪ ਕੀ ਸੀਗਾ ਕਿ ਹੁਣ ਐਨੀਮਲ 'ਤੇ ਤਾਂ ਟਰਾਈ ਹੋ ਗਿਆ, ਹੁਣ ਇਹਨੂੰ ਕਿਹਦੇ ਉੱਪਰ ਟਰਾਈ ਕਰਨਾ ਵਾ? ਹਿਊਮਨ ਬੀਇੰਗਸ ਦੇ ਉੱਪਰ। ਅ ਮੈਨ ਹੈਡ ਬੀਨ ਸਫਰਿੰਗ ਫਰੋਮ ਅ ਸੀਰੀਅਸ ਡਿਜ਼ੀਜ਼ ਫॉर मैनी ईयर्स। ਕਹਿੰਦੇ ਜਿਹੜਾ ਇੱਕ ਵਿਅਕਤੀ ਆ ਉਹ ਕੀ ਤੋਂ ਸਫਰ ਕਰ ਰਿਹਾ ਸੀਗਾ? ਇੱਕ ਸੀਰੀਅਸ ਡਿਜ਼ੀਜ਼ ਕਰਕੇ ਉਹ ਸਫਰ, ਉਹ ਮਤਲਬ ਇੱਕ ਭਿਆਨਕ ਬਿਮਾਰੀ ਤੋਂ ਗੁਜ਼ਰ ਰਿਹਾ ਸੀ ਕਈ ਸਾਲਾਂ ਤੋਂ। ਇਟ ਲੁਕਡ ਸਰਟੇਨ ਦੈਟ ਹੀ ਵੁੱਡ ਡਾਈ। ਇੱਦਾਂ ਲੱਗਦਾ ਸੀ ਕਿ ਉਹਦੀ ਡੈਥ ਹੋ ਜਾਏਗੀ। Fleming and his fellow scientists wanted to try the new drug on this patient. Fleming ਤੇ ਜਿਹੜੇ ਉਹਦੇ ਦੂਸਰੇ ਸਾਥੀ ਸੀਗੇ ਉਹ ਇਹ ਚਾਹੁੰਦੇ ਸੀਗੇ ਵੀ ਆਪਾਂ ਇਹ ਜਿਹੜੀ ਨਵੀਂ ਡਰਗ ਆ ਇਹਨੂੰ ਉਹ ਪੇਸ਼ੈਂਟ ਦੇ ਉੱਪਰ ਆਪਾਂ ਇਸ ਦਵਾਈ ਨੂੰ ਇਸਤੇਮਾਲ ਕਰਕੇ ਦੇਖਦੇ ਹਾਂ। they were certain of its effectiveness. certain ਹੁੰਦਾ ਪੱਕਾ ਹੋਣਾ, ਉਹਨਾਂ ਨੂੰ ਇਹਦੀ ਜਿਹੜੀ ਇਫੈਕਟਿਵਨੈਸ ਆ ਉਹਦੇ ਬਾਰੇ ਚੰਗਾ ਪਤਾ ਸੀ। they gave him 1 or 2 injections. ਉਹਨਾਂ ਨੇ ਉਸ ਜਿਹੜਾ ਬਿਮਾਰ ਪੇਸ਼ੈਂਟ ਸੀਗਾ ਉਹਨੂੰ 1 ਜਾਂ 2 ਇੰਜੈਕਸ਼ਨ ਦਿੱਤੇ। ਦ ਪੇਸ਼ੈਂਟ ਬਿਗੇਨ ਟੂ ਰਿਕਵਰ ਗ੍ਰੈਜੂਅਲੀ। ਇਸ ਤਰ੍ਹਾਂ ਜਿਹੜਾ ਪੇਸ਼ੈਂਟ ਸੀਗਾ, ਬਿਮਾਰ ਵਿਅਕਤੀ ਸੀਗਾ, ਹੌਲੀ ਹੌਲੀ ਉਹਨੇ ਠੀਕ ਹੋਣਾ ਸਟਾਰਟ ਕਰ ਦਿੱਤਾ। ਹੀ ਵਾਜ਼ ਗਿਵਨ ਅ ਫਿਊ ਮੋਰ ਇੰਜੈਕਸ਼ਨਸ। ਉਸ ਤੋਂ ਬਾਅਦ ਉਹਨੂੰ ਕੁਝ ਹੋਰ ਇੰਜੈਕਸ਼ਨ ਵੀ ਦਿੱਤੇ ਗਏ। ਦ ਮੈਨ ਰਿਕਵਰਡ ਕੰਪਲੀਟਲੀ। ਅਤੇ ਅੰਤ ਵਿੱਚ ਕੀ ਹੋਇਆ? ਜਿਹੜਾ ਬਿਮਾਰ ਵਿਅਕਤੀ ਸੀ, ਜਿਹੜਾ ਸਹੀ ਨਹੀਂ ਹੋ ਰਿਹਾ ਸੀ, ਜਿਹਨੂੰ ਬਹੁਤ ਜ਼ਿਆਦਾ ਦਵਾਈਆਂ ਦਿੱਤੀਆਂ ਗਈਆਂ ਸੀ, ਅੰਤ ਵਿੱਚ ਉਹ ਜਸਟ ਪੈਨਸਿਲਿਨ ਦੇ ਕੁਝ ਇੰਜੈਕਸ਼ਨ ਲੈਣ ਨਾਲ ਹੀ ਚੰਗੀ ਤਰ੍ਹਾਂ ਠੀਕ ਹੋ ਗਿਆ ਸੀ। ਦਸ ਦੀ ਇਫੈਕਟਿਵਨੈਸ ਆਫ ਪੈਨਸਿਲਿਨ ਵਾਜ਼ ਪ੍ਰੂਵਡ। ਇਸ ਤਰ੍ਹਾਂ ਕੀ ਹੈ? ਕਹਿੰਦੇ ਜਿਹੜੀ ਇਫੈਕਟਿਵਨੈਸ ਆ ਉਹ ਪੈਨਸਿਲਿਨ ਦੀ ਕੀ ਕਰ ਦਿੱਤੀ ਗਈ ਸੀ ਰਾਜੇ? ਪ੍ਰੂਵ ਹੋ ਗਈ ਸੀ ਕਿ ਜਿਹੜੀ ਪੈਨਸਿਲਿਨ ਡਰਗ ਆ, ਜਿਹੜੀ ਇਹ ਦਵਾਈ ਬਣਾਈ ਹੈ ਨਵੀਂ, ਇਹ ਬਹੁਤ ਹੀ ਜ਼ਿਆਦਾ ਵਧੀਆ ਹੈਗੀ। ਨੈਕਸਟ ਕੁਐਸਚਨ ਕਰਦੇ ਆ ਬੱਚੇ, 5th ਕੁਐਸਚਨ। ਹਾਂਜੀ, 5th ਕੁਐਸਚਨ ਹੈ ਰਾਜੇ, illustrate from the work of Alexander Fleming the qualities indispensable to a scientist. ਕਹਿੰਦੇ ਜਿਹੜਾ ਅਲੈਗਜ਼ੈਂਡਰ ਫਲੇਮਿੰਗ ਨੇ ਕੰਮ ਕੀਤਾ ਸੀਗਾ ਉਹਦੇ ਤੋਂ ਤੁਸੀਂ ਸਾਨੂੰ ਦੱਸੋ ਕਿ ਜਿਹੜਾ ਇੱਕ ਸਾਇੰਟਿਸਟ ਹੁੰਦਾ ਵਾ ਉਹਦੇ ਵਿੱਚ ਕਿਹੜੀਆਂ ਕੁਆਲਿਟੀਜ਼ ਇੰਡਿਸਪੈਂਸੇਬਲ ਹੁੰਦੀਆਂ ਨੇ। ਇੰਡਿਸਪੈਂਸੇਬਲ ਕੀ ਹੁੰਦਾ ਵਾ ਰਾਜੇ? ਇੰਡਿਸਪੈਂਸੇਬਲ ਹੁੰਦਾ ਵਾ ਨੈਸੈਸਰੀ। The qualities indispensable to a scientist are alertness, curiosity and keen observation. Alertness ਕੀ ਹੁੰਦਾ ਵਾ ਰਾਜੇ? alertness ਹੁੰਦਾ ਵਾ ਚੌਕਸੀ, ਕਿ ਜਦੋਂ ਆਪਾਂ ਚੌਕਸ ਰਹਿੰਦੇ ਹਾਂ, ਪੂਰੇ ਅਵੇਅਰ ਰਹਿੰਦੇ ਹਾਂ, ਠੀਕ ਹੈ। ਕਿਊਰੀਓਸਿਟੀ ਕੀ ਹੁੰਦਾ ਵਾ? ਜਦੋਂ ਆਪਾਂ ਨੂੰ ਜਿਗਿਆਸਾ ਹੁੰਦੀ ਹੈ, ਜਾਣਨ ਦੀ ਇੱਛਾ ਹੁੰਦੀ ਹੈ। ਕੀਨ ਆਬਜ਼ਰਵੇਸ਼ਨ ਕੀ ਹੁੰਦਾ ਵਾ? ਜਦੋਂ ਆਪਾਂ ਪੂਰਾ ਧਿਆਨ ਨਾਲ ਡੀਪਲੀ ਕੀ ਹੈ ਕਿਸੇ ਚੀਜ਼ ਨੂੰ ਐਗਜ਼ਾਮਿਨ ਕਰਦੇ ਹਾਂ। ਹਾਂਜੀ ਰਾਜੀ, ਇਹ ਕੀ ਹੁੰਦੀਆਂ ਨੇ? ਇੱਕ ਸਾਇੰਟਿਸਟ ਦੇ ਵਿੱਚ ਕੁਆਲਿਟੀਜ਼ ਹੁੰਦੀਆਂ ਨੇ। ਕੀ ਹੁੰਦੀਆਂ ਨੇ? ਆਲਟਰਨੈਸ, ਉਹ ਅਵੇਅਰ ਹੁੰਦਾ ਵਾ। ਕਿਊਰੀਓਸਿਟੀ, ਉਹਦੇ ਵਿੱਚ ਜਾਣਨ ਦੀ ਇੱਛਾ ਜ਼ਿਆਦਾ ਤੀਬਰ ਹੁੰਦੀ ਆ। ਐਂਡ ਕੀਨ ਆਬਜ਼ਰਵੇਸ਼ਨ, ਤੇ ਉਹ ਡੀਪਲੀ ਕੀ ਆ ਹਰੇਕ ਚੀਜ਼ ਨੂੰ ਐਗਜ਼ਾਮਿਨ ਕਰਦਾ ਵਾ। ਫਲੇਮਿੰਗ ਹੈਡ ਆਲ ਦੀਜ਼ ਕੁਆਲਿਟੀਜ਼। ਇਸ ਤਰ੍ਹਾਂ ਫਲੇਮਿੰਗ ਦੇ ਵਿੱਚ ਇਹ ਸਾਰੀਆਂ ਕੁਆਲਿਟੀਜ਼ ਮੌਜੂਦ ਸੀ। ਹਿਸ ਡਿਸਕਵਰੀ ਆਫ ਪੈਨਸਿਲਿਨ ਵਾਜ਼ ਦੀ ਰਿਜ਼ਲਟ ਆਫ ਦੀਜ਼ ਕੁਆਲਿਟੀਜ਼। ਜਿਹੜੀ ਉਹਦੀ ਕਹਿੰਦੇ ਡਿਸਕਵਰੀ ਸੀਗੀ ਪੈਨਸਿਲਿਨ ਦੀ,
ਉਹ ਕਾਹਦਾ ਨਤੀਜਾ ਸੀ, ਉਹ ਇਹੀ ਕੁਆਲਿਟੀਜ਼ ਦਾ ਇੱਕ ਨਤੀਜਾ ਸੀ। ਵਨ ਮੋਰਨਿੰਗ ਹੀ ਵਾਜ਼ ਐਗਜ਼ਾਮਿਨਿੰਗ ਸਮ ਬੈਕਟੀਰੀਅਲ ਕਲਚਰਸ। ਇੱਕ ਮੋਰਨਿੰਗ ਕੀ ਹੋਇਆ, ਇੱਕ ਸਵੇਰ ਉਹ ਬੈਕਟੀਰੀਅਲ ਜਿਹੜੇ ਕਲਚਰਸ ਸੀਗੇ ਉਹਨਾਂ ਨੂੰ ਉਹਨੇ ਅਲੱਗ-ਅਲੱਗ ਬੈਕਟੀਰੀਆ ਨੂੰ ਇਕੱਠਾ ਕਰਕੇ ਉਹਨਾਂ ਦੇ ਨਿਰੀਖਣ ਕਰ ਰਿਹਾ ਸੀ। ਹੀ ਨੋਟਿਸਡ ਅ ਬ੍ਰਾਈਟ ਰਿੰਗ ਅਰਾਊਂਡ ਵਨ ਆਫ ਦੈਮ। ਉਹਨਾਂ ਨੇ ਕੀ ਨੋਟਿਸ ਕੀਤੀ, ਇੱਕ ਗੋਲਡ ਰੰਗ ਦੀ ਬ੍ਰਾਈਟ ਕਲਰ ਦੀ ਜਿਹੜੀ ਰਿੰਗ ਆ ਆਲੇ ਦੁਆਲੇ ਬਣੀ ਹੋਈ ਸੀ। ਹੀ ਥੋਟ ਦੈਟ ਦ ਕਲਚਰ ਹੈਡ ਬੀਨ ਸਪੋਇਲਡ। ਉਹਨੂੰ ਲੱਗਿਆ ਕਿ ਜਿਹੜਾ ਇਹ ਕਲਚਰ ਆ ਇਹ ਖਰਾਬ ਹੋ ਚੁੱਕਿਆ, ਬਟ ਹੀ ਡਿਡ ਨਾਟ ਥਰੂ ਇਟ ਅਵੇ, ਪਰ ਉਹਨੇ ਇਹਨੂੰ ਪਰੇ ਨਹੀਂ ਸੁੱਟਿਆ। ਹੀ ਵਾਜ਼ ਕਿਊਰੀਅਸ ਟੂ ਨੋ ਹਾਊ ਦੀ ਕਲਚਰ ਹੈਜ਼ ਬੀਨ ਸਪੋਇਲਡ, ਕਿਉਂਕਿ ਉਹ ਜਾਣਨਾ ਚਾਹੁੰਦੇ ਸੀ ਕਿ ਜੇਕਰ ਇਹ ਖਰਾਬ ਹੋਇਆ ਵਾ, ਜਿਹੜਾ ਮੈਂ ਐਕਸਪੈਰੀਮੈਂਟ ਕਰ ਰਿਹਾ ਸੀ, ਤਾਂ ਇਹ ਖਰਾਬ ਹੋਇਆ ਕਿਵੇਂ। ਹੀ ਐਗਜ਼ਾਮਿਨਡ ਇਟ ਅੰਡਰ ਅ ਮਾਈਕਰੋਸਕੋਪ। ਉਹ ਇਹਨਾਂ ਨੂੰ ਇੱਕ ਮਾਈਕਰੋਸਕੋਪ ਦੇ ਹੇਠਾਂ ਲੈ ਗਏ। ਹੀ ਸੌ ਦੈਟ ਅ ਮੋਲਡ ਹੈਡ ਗਰੋਨ ਔਨ ਇਟ। ਉਹਨਾਂ ਨੇ ਕੀ ਦੇਖਿਆ ਕਿ ਇਸ ਸਭ ਦੇ ਉੱਪਰ ਇੱਕ ਅਲੱਗ ਤਰੀਕੇ ਦੀ ਕੀ ਹੈ ਰਾਜੇ, ਉੱਲੀ ਉੱਗ ਗਈ ਸੀ। ਇਟ ਵਾਜ਼ ਫੀਡਿੰਗ ਔਨ ਦੀ ਕਲਚਰ ਐਂਡ ਡਿਸਟਰੋਇੰਗ ਇਟ। ਇਹ ਕਲਚਰ ਨੂੰ ਖਾ ਰਹੀ ਸੀ ਅਤੇ ਉਹਨੂੰ ਖਤਮ ਕਰ ਰਹੀ ਸੀ। ਇਟ ਪ੍ਰੂਵਡ ਅ ਪਾਵਰਫੁਲ ਜਰਮ ਕਿਲਰ। ਇਸ ਤਰ੍ਹਾਂ ਇਹ ਸਾਬਿਤ ਹੋ ਗਿਆ ਸੀ ਕਿ ਜਿਹੜੀ ਇਹ ਮੋਲਡ ਆ ਇਹ ਬਹੁਤ ਵਧੀਆ ਹੀ ਕੀ ਆ, ਜਰਮ ਕਿਲਰ ਆ, ਜਿਹੜੀ ਜੀਵਾਣੂਆਂ ਨੂੰ ਮਾਰ ਸਕਦੀ ਆ। ਲੇਟਰ ਪੈਨਸਿਲਿਨ ਵਾਜ਼ ਐਕਸਟਰੈਕਟਡ ਫਰੋਮ ਦਿਸ ਮੋਲਡ। ਅਤੇ ਉਸ ਤੋਂ ਬਾਅਦ ਪੈਨਸਿਲਿਨ ਨੂੰ ਕੀ ਕੀਤਾ ਗਿਆ ਰਾਜੇ, ਉਸ ਮੋਲਡ ਦੇ ਵਿੱਚੋਂ ਐਕਸਟਰੈਕਟ ਕੀਤਾ ਗਿਆ, ਬਾਹਰ ਕੱਢਿਆ ਗਿਆ। ਵੀ ਕੈਨ ਸੀ ਦੈਟ, ਇਸ ਤਰ੍ਹਾਂ ਅਸੀਂ ਇਹ ਦੇਖ ਸਕਦੇ ਹਾਂ, ਫਲੇਮਿੰਗਸ ਡਿਸਕਵਰੀ ਵਾਜ਼ ਦ ਰਿਜ਼ਲਟ ਆਫ ਹਿਜ਼ ਆਲਟਰਨੇਟ ਕਿਊਰੀਓਸਿਟੀ ਐਂਡ ਕੀਨ ਆਬਜ਼ਰਵੇਸ਼ਨ। ਇਸ ਤਰ੍ਹਾਂ ਅਸੀਂ ਇਹ ਕਹਿ ਸਕਦੇ ਹਾਂ ਕਿ ਜਿਹੜੀ ਫਲੇਮਿੰਗ ਦੀ ਡਿਸਕਵਰੀ ਆ, ਜਿਹੜੀ ਉਹਨਾਂ ਦੀ ਖੋਜ ਆ, ਉਹ ਵਾਕਿਆ ਹੀ ਕਾਹਦਾ ਰਿਜ਼ਲਟ ਆ ਬੱਚੇ, ਉਹ ਰਿਜ਼ਲਟ ਆ ਉਹਨਾਂ ਦੀ ਆਲਟਰਨੈਸ ਦਾ, ਕਿਊਰੀਓਸਿਟੀ ਦਾ ਅਤੇ ਕੀਨ ਆਬਜ਼ਰਵੇਸ਼ਨ ਦਾ। ਮਤਲਬ ਉਹ ਕੁਆਲਿਟੀਜ਼ ਜਿਹੜੀਆਂ ਇੱਕ ਸਾਇੰਟਿਸਟ ਦੇ ਵਿੱਚ ਹੋਣੀਆਂ ਜ਼ਰੂਰੀ ਆ, ਉਹ ਸਭ ਕੁਆਲਿਟੀਜ਼ ਫਲੇਮਿੰਗ ਦੇ ਵਿੱਚ ਵਾਕਿਆ ਹੀ ਅਵੇਲੇਬਲ ਸੀ। ਨੈਕਸਟ ਕਰਦੇ ਹਾਂ ਬੱਚੇ 6th ਕੁਐਸਚਨ। ਹਾਂਜੀ ਰਾਜੇ 6th ਕੁਐਸਚਨ ਹੈ, ਰਾਈਟ ਬਰੀਫਲੀ ਅ ਕਰੈਕਟਰ ਸਕੈਚ ਆਫ ਅਲੈਗਜ਼ੈਂਡਰ ਫਲੇਮਿੰਗ। ਅਲੈਗਜ਼ੈਂਡਰ ਫਲੇਮਿੰਗ ਦਾ ਆਪਾਂ ਕਰੈਕਟਰ ਸਕੈਚ ਲਿਖਣਾ ਵਾ, ਪਰ ਬਰੀਫ ਦੇ ਵਿੱਚ। ਆਨਸਰ ਹੈ, ਅਲੈਗਜ਼ੈਂਡਰ ਫਲੇਮਿੰਗ ਇਜ਼ ਨੋਨ ਫॉर ਹਿਜ਼ ਡਿਸਕਵਰੀ ਆਫ ਪੈਨਸਿਲਿਨ। ਅਲੈਗਜ਼ੈਂਡਰ ਫਲੇਮਿੰਗ ਨੂੰ ਉਹਨਾਂ ਦੀ ਜਿਹੜੀ ਡਿਸਕਵਰੀ ਸੀ, ਖੋਜ ਕੀਤੀ ਸੀ ਉਹਨਾਂ ਨੇ ਪੈਨਸਿਲਿਨ ਡਰੱਗ ਦੀ, ਉਹਦੇ ਲਈ ਜਾਣਿਆ ਜਾਂਦਾ ਸੀ। ਹੀ ਵਾਜ਼ ਬੋਰਨ ਇਨ ਸਕਾਟਲੈਂਡ ਇਨ 1881। 1881 ਦੇ ਵਿੱਚ ਉਹਨਾਂ ਦਾ ਜਨਮ ਸਕਾਟਲੈਂਡ ਵਿੱਚ ਹੋਇਆ ਸੀ। ਆਫਟਰ ਹਿਜ਼ ਸਕੂਲ ਐਜੂਕੇਸ਼ਨ ਤੋਂ ਬਾਅਦ ਹੀ ਜੁਆਇਨਡ ਸੇਂਟ ਮੈਰੀਜ਼ ਹੌਸਪੀਟਲ। ਉਹਨਾਂ ਨੇ ਸੇਂਟ ਮੈਰੀਜ਼ ਜਿਹੜਾ ਹੌਸਪੀਟਲ ਸੀਗਾ ਉਹਨੂੰ ਜੁਆਇਨ ਕੀਤਾ। ਹੀ ਬਿਕੇਮ ਇੰਟਰਸਟਿਡ ਇਨ ਦੀ ਸਟੱਡੀ ਆਫ ਬੈਕਟੀਰੀਓਲੋਜੀ। ਅਤੇ ਉਹ ਕਾਹਦੇ ਵਿੱਚ ਇੰਟਰਸਟ ਲੈਣ ਲੱਗੇ, ਉਹ ਜਿਹੜੀ ਬੈਕਟੀਰੀਓਲੋਜੀ ਦੀ ਸਟੱਡੀ ਸੀਗੀ ਜੀਵਾਣੂਆਂ ਦੀ, ਉਹਦੇ ਵਿੱਚ ਇੰਟਰਸਟ ਲੈਣਾ ਉਹਨਾਂ ਨੇ ਸਟਾਰਟ ਕਰ ਦਿੱਤਾ। ਡਿਊਰਿੰਗ ਦੀ ਫਸਟ ਵਰਲਡ ਵਾਰ, ਪਹਿਲੇ ਵਿਸ਼ਵ ਯੁੱਧ ਦੇ ਦੌਰਾਨ ਥਾਊਜ਼ੈਂਡਸ ਆਫ ਸੋਲਜਰਸ ਡਾਇਡ। ਕਹਿੰਦੇ ਜਿਹੜਾ ਪਹਿਲਾ ਵਿਸ਼ਵ ਯੁੱਧ ਹੋਇਆ ਸੀ ਉਹਦੇ ਦੌਰਾਨ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਸਿਪਾਹੀ ਸੀ ਉਹ ਮਾਰੇ ਗਏ ਸੀ। ਦੇਅਰ ਡੈਥ ਵਾਜ਼ ਕਾਜ਼ਡ ਬਾਈ ਇਨਫੈਕਸ਼ਨ। ਉਹਨਾਂ ਦੀ ਡੈਥ ਦਾ ਕਾਰਨ, ਉਹਨਾਂ ਦੀ ਮੌਤ ਦਾ ਕਾਰਨ ਸੀ ਇਨਫੈਕਸ਼ਨ। ਦੇਅਰ ਵਰ ਨੋ ਇਫੈਕਟਿਵ ਰੈਮੇਡੀ ਟੂ ਕਿਲ ਜਰਮਸ। ਉਸ ਸਮੇਂ 'ਤੇ ਕੋਈ ਵੀ ਇਫੈਕਟਿਵ ਵਧੀਆ ਤਰੀਕੇ ਦੀ ਅਸਰਦਾਰ ਰੈਮੇਡੀ ਨਹੀਂ ਸੀ ਜਿਹਦੇ ਕਰਕੇ ਉਹ ਜਰਮਸ ਨੂੰ ਮਾਰ ਸਕਦੇ ਸੀ। ਫਲੇਮਿੰਗ ਡਿਸਾਈਡਡ ਟੂ ਵਰਕ ਔਨ ਦਿਸ ਪ੍ਰੋਬਲਮ। ਫਲੇਮਿੰਗ ਨੇ ਕੀ ਡਿਸਾਈਡ ਕੀਤਾ ਕਿ ਉਹ ਇਸ ਪ੍ਰੋਬਲਮ ਦੇ ਉੱਪਰ ਕੰਮ ਕਰਨਾ ਸਟਾਰਟ ਕਰਨਗੇ। ਹੀ ਕੈਰਿਡ ਆਊਟ ਮੈਨੀ ਐਕਸਪੈਰੀਮੈਂਟ। ਉਹਨਾਂ ਨੇ ਕਈ ਐਕਸਪੈਰੀਮੈਂਟ ਕੀਤੇ। ਹੀ ਪ੍ਰੀਪੇਅਰਡ ਮੈਨੀ ਬੈਕਟੀਰੀਅਲ ਕਲਚਰਸ। ਉਹਨਾਂ ਨੇ ਕਈ ਜਿਹੜੇ ਬੈਕਟੀਰੀਅਲ ਕਲਚਰਸ ਆ, ਜੀਵਾਣੂਆਂ ਦੀ ਖੇਤੀ, ਮਤਲਬ ਅਲੱਗ-ਅਲੱਗ ਤਰ੍ਹਾਂ ਦੇ ਜੀਵਾਣੂ ਇਕੱਠੇ ਕਰਕੇ ਉਹਦੇ ਉੱਪਰ ਐਕਸਪੈਰੀਮੈਂਟ ਕਰਨਾ ਸਟਾਰਟ ਕੀਤਾ। ਵਨ ਮੋਰਨਿੰਗ ਹੀ ਫਾਊਂਡ ਦੈਟ ਵਨ ਆਫ ਦੀ ਕਲਚਰ ਹੈਡ ਬੀਨ ਡਿਸਟਰੋਇਡ ਬਾਏ ਅ ਮੋਲਡ। ਇੱਕ ਦਿਨ ਸਵੇਰੇ ਉਹਨਾਂ ਨੇ ਕੀ ਪਾਇਆ ਕਿ ਜਿਹੜਾ ਇੱਕ ਕਲਚਰ ਆ ਉਹ ਕਿਹਦੇ ਦੁਆਰਾ ਖਤਮ ਕੀਤਾ ਜਾ ਰਿਹਾ ਵਾ, ਇੱਕ ਮੋਲਡ ਦੁਆਰਾ, ਉੱਲੀ ਦੇ ਦੁਆਰਾ। ਹੀ ਐਗਜ਼ਾਮਿਨਡ ਇਟ ਅੰਡਰ ਮਾਈਕਰੋਸਕੋਪ। ਉਹਨਾਂ ਨੇ ਇਹਨੂੰ ਇੱਕ ਮਾਈਕਰੋਸਕੋਪ ਦੇ ਹੇਠਾਂ ਐਗਜ਼ਾਮਿਨ ਕਰਨਾ ਸਟਾਰਟ ਕੀਤਾ, ਮਤਲਬ ਉਹਦਾ ਨਿਰੀਖਣ ਕਰਨਾ ਸਟਾਰਟ ਕਰ ਦਿੱਤਾ ਸੀ। ਇਟ ਪ੍ਰੂਵਡ ਅ ਪਾਵਰਫੁਲ ਜਰਮ ਕਿਲਰ। ਇਸ ਤਰ੍ਹਾਂ ਇਹ ਇੱਕ ਬਹੁਤ ਵਧੀਆ ਜਰਮ ਕਿਲਰ ਬਣ ਗਿਆ। ਫਲੇਮਿੰਗ ਕਾਲਡ ਦਿਸ ਮੋਲਡ ਪੈਨਸਿਲਿਨ ਨੋਨੇਟਮ। ਫਲੇਮਿੰਗ ਨੇ ਇਹਦਾ ਨੇਮ ਕੀ ਰੱਖਿਆ ਰਾਜੇ, ਪੈਨਸਿਲਿਨ ਨੋਨੇਟਮ। ਦ ਡਿਸਕਵਰੀ ਆਫ ਪੈਨਸਿਲਿਨ ਮੇਡ ਹਿਮ ਫੇਮਸ ਆਲ ਓਵਰ ਦੀ ਵਰਲਡ। ਇਸ ਤਰ੍ਹਾਂ ਪੈਨਸਿਲਿਨ ਦੀ ਡਿਸਕਵਰੀ ਦੇ ਨਾਲ ਜਿਹੜੇ ਅਲੈਗਜ਼ੈਂਡਰ ਫਲੇਮਿੰਗ ਸੀਗੇ ਉਹ ਸਾਰੇ ਸੰਸਾਰ ਦੇ ਵਿੱਚ ਕੀ ਹੋ ਗਏ ਸੀਗੇ, ਬਹੁਤ ਜ਼ਿਆਦਾ ਪ੍ਰਸਿੱਧ ਹੋ ਗਏ ਸੀ। ਹੀ ਵਾਜ਼ ਔਨਰਡ ਐਟ ਹੋਮ। ਘਰ ਦੇ ਵਿੱਚ ਉਹਨਾਂ ਦਾ ਸਨਮਾਨ ਕੀਤਾ ਗਿਆ। ਐਂਡ ਐਬਰੋਡ, ਘਰ ਦੇ ਵਿੱਚ ਮਤਲਬ ਕਿ ਉਹਨਾਂ ਦੇ ਦੇਸ਼ ਦੇ ਵਿੱਚ ਉਹਨਾਂ ਦਾ ਸਨਮਾਨ ਕੀਤਾ ਗਿਆ, ਅਤੇ ਜਿਹੜੇ ਦੂਸਰੇ ਦੇਸ਼ ਸੀਗੇ ਉੱਥੇ ਵੀ ਉਹਨਾਂ ਦਾ ਸਨਮਾਨ ਕੀਤਾ ਗਿਆ। ਹੀ ਵਾਜ਼ ਅਵਾਰਡਡ ਦੀ ਨੋਬਲ ਪ੍ਰਾਈਜ਼ ਫॉर ਦਿਸ ਵੈਲਿਊਏਬਲ ਡਿਸਕਵਰੀ। ਇਸ ਤੋਂ ਇਲਾਵਾ ਉਹਨਾਂ ਨੂੰ ਨੋਬਲ ਪ੍ਰਾਈਜ਼, ਸਭ ਤੋਂ ਵਧੀਆ ਪ੍ਰਾਈਜ਼ ਮੰਨਿਆ ਜਾਂਦਾ, ਉਹ ਵੀ ਉਹਨਾਂ ਨੂੰ ਦਿੱਤਾ ਗਿਆ। ਇਹ ਜਿਹੜੀ ਬਹੁਤ ਵਧੀਆ ਡਿਸਕਵਰੀ ਉਹਨਾਂ ਨੇ ਕੀਤੀ ਸੀ। Alright beta, these were your last 3 questions. Now what you have to do, learn these questions as well as also write these questions
on your fair notebooks. And if you still have any doubt or confusion, then you can ask me. God bless you, beta.